ਮੇਰਾ ਨਾਮ ਸੁਹਾਨਾ ਹੈ। ਮੇਰੀ ਉਮਰ 20 ਸਾਲ ਦੀ ਹੋ ਗਈ ਸੀ, ਪਰ ਕੋਈ ਵੀ ਔਰਤ ਮੈਨੂੰ ਆਪਣੀ ਨੂੰਹ ਬਣਾਉਣ ਲਈ ਤਿਆਰ ਨਹੀਂ ਸੀ, ਕਿਉਂਕਿ ਮੇਰਾ ਰੰਗ ਕਾਲਾ ਸੀ। ਮੇਰੀ ਮਾਂ ਮੇਰੇ ਵਿਆਹ ਕਾਰਨ ਬਹੁਤ ਚਿੰਤਤ ਸੀ। ਉਨੀ ਦਿਨੀ ਇੱਕ ਵਿਚੋਲਣ ਮੇਰੇ ਲਈ ਰਿਸ਼ਤਾ ਲੈ ਕੇ ਆਈ। ਲੜਕਾ ਅਨਾਥ ਸੀ, ਉਸ ਦੇ ਕੋਈ ਵੀ ਨਹੀਂ ਸੀ। ਉਸ ਦਾ ਪਾਲਣ ਪੋਸ਼ਣ ਉਸ ਦੇ ਮਾਮੇ ਨੇ ਕੀਤਾ ਸੀ ਅਤੇ ਉਹ ਇੱਕ ਹੋਟਲ ਵਿੱਚ ਵੇਟਰ ਵਜੋਂ ਕੰਮ ਕਰਦਾ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਇਕੱਲਾ ਰਹਿੰਦਾ ਸੀ। ਮੇਰੀ ਮਾਂ ਇਸ ਰਿਸ਼ਤੇ ਨੂੰ ਮੇਰੇ ਲਈ ਸਹੀ ਸਮਝਦੀ ਸੀ। ਮੇਰਾ ਵਿਆਹ ਉਸ ਵੇਟਰ ਨਾਲ ਕਰਵਾ ਦਿੱਤਾ। ਮੈਂ ਆਕਾਸ਼ ਨਾਲ ਵਿਆਹ ਦੇ 3 ਸਾਲ ਬਹੁਤ ਵਧੀਆ ਤਰੀਕੇ ਨਾਲ ਗੁਜ਼ਾਰੇ ਸਨ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਇੱਕ ਬਾਂਝ ਔਰਤ ਹਾਂ ਅਤੇ ਮੈਂ ਉਸ ਨੂੰ ਸਾਰੀ ਉਮਰ ਬੱਚਾ ਨਹੀਂ ਦੇ ਸਕਦੀ ਤਾਂ ਉਹ ਮੇਰੇ ਤੋਂ ਦੂਰ ਰਹਿਣ ਲੱਗ ਪਿਆ। ਉਹ ਛੋਟੀ-ਛੋਟੀ ਗੱਲ ਤੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਤੋਂ ਇਲਾਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਮੇਰੀ ਮਾਂ ਕੱਪੜੇ ਸਿਲਾਈ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਮੈਂ ਚੁੱਪਚਾਪ ਆਕਾਸ਼ ਦੀਆਂ ਗੱਲਾਂ ਸੁਣਦੀ ਰਹਿੰਦੀ ਅਤੇ ਉਸ ਨੂੰ ਕੋਈ ਜਵਾਬ ਨਹੀਂ ਦਿੰਦੀ, ਕਿਉਂਕਿ ਮੈਨੂੰ ਪਤਾ ਸੀ ਕਿ ਆਕਾਸ਼ ਮੈਨੂੰ ਛੱਡਣਾ ਚਾਹੁੰਦਾ ਸੀ ਅਤੇ ਉਹ ਮੈਨੂੰ ਤਲਾਕ ਦੇਣ ਦਾ ਬਹਾਨਾ ਲੱਭ ਰਿਹਾ ਸੀ ਅਤੇ ਮੈਂ ਤਲਾਕ ਲੈ ਕੇ ਆਪਣੀ ਬੁੱਢੀ ਮਾਂ ਦੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਮੇਰੀ ਜ਼ਿੰਦਗੀ ਇਸੇ ਤਰ੍ਹਾਂ ਚੱਲ ਰਹੀ ਸੀ ਅਤੇ ਸਾਡੇ ਵਿਆਹ ਨੂੰ 15 ਸਾਲ ਬੀਤ ਚੁੱਕੇ ਸਨ। ਆਕਾਸ਼ ਹੁਣ ਮੇਰੇ ਨਾਲ ਗੱਲ ਨਹੀਂ ਕਰਦਾ ਸੀ। ਉਹ ਘਰ ਬਹੁਤ ਘੱਟ ਆਉਂਦਾ ਸੀ। ਇੱਕ ਦਿਨ ਜਦੋਂ ਉਹ ਘਰ ਆਇਆ ਤਾਂ ਉਸ ਦੇ ਨਾਲ ਇੱਕ ਔਰਤ ਅਤੇ 2 ਬੱਚੇ ਸਨ, ਜੋ ਆਕਾਸ਼ ਨੂੰ ਪਾਪਾ ਕਹਿ ਕੇ ਬੁਲਾ ਰਹੇ ਸਨ। ਇਹ ਦੇਖ ਕੇ ਮੇਰਾ ਦਿਲ ਟੁੱਟ ਗਿਆ ਕਿ ਪਤਾ ਨਹੀਂ ਆਕਾਸ਼ ਦੇ ਦੂਜਾ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਆਕਾਸ਼ ਦੇ ਬੱਚੇ ਪੈਦਾ ਕਰਨ ਲਈ ਦੁਬਾਰਾ ਵਿਆਹ ਕਰ ਲਿਆ ਸੀ ਅਤੇ ਆਪਣੀ ਦੂਜੀ ਪਤਨੀ ਨੂੰ ਮੇਰੇ ਬਾਰੇ ਕੁਝ ਨਹੀਂ ਦੱਸਿਆ ਸੀ। ਪਰ ਜਦੋਂ ਆਕਾਸ਼ ਦੀ ਨੌਕਰੀ ਚਲੀ ਗਈ ਅਤੇ ਜਦੋਂ ਹਾਲਾਤ ਵਿਗੜ ਗਏ ਤਾਂ ਆਕਾਸ਼ ਨੂੰ ਆਪਣੀ ਦੂਜੀ ਪਤਨੀ ਨੂੰ ਇਸ ਘਰ ਵਿੱਚ ਲਿਆਉਣਾ ਪਿਆ। ਪਹਿਲਾਂ ਵੀ ਮੇਰੀ ਹੈਸੀਅਤ ਨੌਕਰਾਨੀ ਵਰਗੀ ਸੀ, ਪਰ ਉਸ ਰਾਤ ਆਕਾਸ਼ ਦੀ ਦੂਜੀ ਪਤਨੀ ਨੇ ਹੰਗਾਮਾ ਮਚਾ ਦਿੱਤਾ ਕਿ ਜਾਂ ਤਾਂ ਮੈਂ ਇਸ ਘਰ ਵਿੱਚ ਰਹਾਂਗੀ ਜਾਂ ਉਹ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਹੰਝੂ ਬਹਾ ਰਹੀ ਸੀ ਕਿ ਅਚਾਨਕ ਆਕਾਸ਼ ਕਮਰੇ ਵਿੱਚ ਆਇਆ ਅਤੇ ਮੇਰਾ ਹੱਥ ਫੜ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਕੁਝ ਦਿਨਾਂ 'ਚ ਤਲਾਕ ਦੇ ਕਾਗਜ਼ ਤੁਹਾਡੇ ਘਰ ਪਹੁੰਚ ਜਾਣਗੇ। ਮੈਂ ਬਹੁਤ ਰੋਈ ਤੇ ਮਿੰਨਤਾਂ ਕੀਤੀਆਂ, ਪਰ ਆਕਾਸ਼ ਨੇ ਮੇਰੀ ਇੱਕ ਨਾ ਸੁਣੀ। ਮੈਂ ਰੋਂਦੀ ਹੋਈ ਮਾਂ ਦੇ ਘਰ ਆਈ। ਮੇਰੇ ਕੋਈ ਬੱਚੇ ਨਹੀਂ ਸਨ। ਮੇਰੇ ਕੋਲ ਸਬਰ ਰੱਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੇਰੀ ਮਾਂ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ। ਆਕਾਸ਼ ਨੇ ਅਗਲੇ ਹਫ਼ਤੇ ਹੀ ਤਲਾਕ ਦੇ ਕਾਗਜ਼ ਭੇਜ ਦਿੱਤੇ ਸਨ। ਹੁਣ ਮੈਂ ਆਪਣੀ ਬੁੱਢੀ ਮਾਂ ਨਾਲ ਰਹਿੰਦੀ ਹਾਂ। ਮੇਰੀ ਉਮਰ 35 ਸਾਲ ਸੀ। ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਦੁਬਾਰਾ ਵਿਆਹ ਕਰਾਂ, ਕਿਉਂਕਿ ਉਹ ਹੁਣ ਬਹੁਤ ਬਿਮਾਰ ਰਹਿੰਦੀ ਸੀ, ਪਰ ਮੇਰਾ ਕਾਲਾ ਰੰਗ ਅਤੇ ਸਾਡੀ ਗਰੀਬੀ ਹਮੇਸ਼ਾ ਮੇਰੇ ਰਿਸ਼ਤੇ ਵਿਚਕਾਰ ਕੰਧ ਬਣ ਗਈ ਸੀ। ਮੈਂ ਵੀ ਆਪਣੀ ਮਾਂ ਨੂੰ ਛੱਡ ਕੇ ਆਪਣਾ ਘਰ ਨਹੀਂ ਵਸਾਉਣਾ ਚਾਹੁੰਦੀ ਸੀ। ਮੈਂ ਉੱਥੇ ਹੀ ਰਹਿੰਦੀ ਸੀ। ਕੌਣ ਮੇਰੇ ਨਾਲ ਵਿਆਹ ਕਰੇਗਾ? ਮੈਨੂੰ ਵਿਆਹ ਦੇ ਨਾਂ ਤੋਂ ਬਹੁਤ ਨਫ਼ਰਤ ਸੀ, ਇਸ ਲਈ ਮੈਂ ਨੌਕਰੀ ਕਰ ਲਈ। ਹੌਲੀ-ਹੌਲੀ ਮੈਂ ਆਪਣੇ ਚੰਗੇ ਕੰਮ ਕਰਕੇ ਵਿੱਚ ਤਰੱਕੀ ਕਰਦੀ ਰਹੀ ਅਤੇ ਹੁਣ ਸਾਡੇ ਘਰ ਦੇ ਹਾਲਾਤ ਵੀ ਬਦਲ ਗਏ ਸਨ। ਕਦੇ-ਕਦੇ ਮੈਂ ਸ਼ੀਸ਼ੇ ਦੇ ਸਾਹਮਣੇ ਖਲੋ ਜਾਂਦੀ ਤੇ ਚਿੱਟੇ ਵਾਲ ਦੇਖ ਕੇ ਮੇਰਾ ਦਿਲ ਡੁੱਬ ਜਾਂਦਾ। ਮੈਂ ਬੁੱਢੀ ਹੋ ਗਈ ਸੀ ਅਤੇ ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਹੋਵੇਗਾ। ਮੇਰੀ ਦੁਨੀਆ ਹੁਣ ਸਿਰਫ ਮਾਂ ਦੇ ਘਰ ਤੱਕ ਹੀ ਸੀਮਤ ਸੀ। ਮੈਂ ਬਸ ਦਫ਼ਤਰ ਜਾਂਦੀ ਅਤੇ ਘਰ ਵਾਪਸ ਆ ਜਾਂਦੀ। ਮੈਂ ਆਪਣੀ ਜ਼ਿੰਦਗੀ ਵਿੱਚ ਸਮਝੌਤਾ ਕਰ ਲਿਆ ਸੀ। ਮੇਰੀ ਜ਼ਿੰਦਗੀ ਵਿੱਚ ਸ਼ਾਇਦ ਹਰ ਕੁੜੀ ਵਾਂਗ ਜੀਵਨ ਸਾਥੀ ਦਾ ਸੁੱਖ ਨਹੀਂ ਸੀ। ਆਕਾਸ਼ ਨੇ ਮੈਨੂੰ ਇੰਨਾ ਦਰਦ ਦਿੱਤਾ ਸੀ ਕਿ ਮੈਂ ਇਕੱਲੇ ਰਹਿਣਾ ਸਿੱਖ ਲਿਆ ਸੀ। ਉਸਨੇ ਮੈਨੂੰ ਹਰ ਥਾਂ ਬਦਨਾਮ ਵੀ ਕੀਤਾ। ਹਰ ਆਦਮੀ ਮੈਨੂੰ ਮਾੜੀ ਔਰਤ ਸਮਝਣ ਲੱਗ ਪਿਆ। ਮੇਰੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਬਿਮਾਰ ਰਹਿਣ ਲੱਗੀ ਸੀ। ਕਿਤੇ ਨਾ ਕਿਤੇ ਮੇਰੇ ਤਲਾਕ ਦਾ ਦੁੱਖ ਉਸ ਨੂੰ ਚਿੰਬੜ ਗਿਆ ਸੀ ਤੇ ਦਿਨੋਂ ਦਿਨ ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ। ਇੱਕ ਦਿਨ ਜਦੋਂ ਮੈਂ ਦਫ਼ਤਰ ਤੋਂ ਵਾਪਸ ਆਈ ਤਾਂ ਮੇਰੀ ਮਾਂ ਦੀ ਹਾਲਤ ਬਹੁਤ ਬੁਰੀ ਸੀ। ਮੈਂ ਤੁਰੰਤ ਆਪਣੀ ਮਾਂ ਨੂੰ ਨੇੜੇ ਦੇ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਲੈ ਗਈ। ਡਾਕਟਰ ਸਾਹਿਬ ਉੱਥੇ ਮੌਜੂਦ ਨਹੀਂ ਸਨ। ਉੱਥੇ ਇੱਕ ਮੁੰਡਾ ਕੰਮ ਕਰਦਾ ਸੀ। ਮੇਰੀ ਮਾਂ ਦੀ ਖਰਾਬ ਸਿਹਤ ਦੇਖ ਕੇ ਉਸਨੇ ਉਸ ਦੇ ਮੂੰਹ ਵਿੱਚ ਗੋਲੀ ਪਾ ਦਿੱਤੀ ਅਤੇ ਡਾਕਟਰ ਦੇ ਆਉਣ ਦਾ ਇੰਤਜ਼ਾਰ ਕਰਨ ਲਈ ਕਿਹਾ। ਮਾਂ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ। ਮੇਰੀ ਮਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ ਅਤੇ ਗੋਲੀ ਨੂੰ ਜੀਭ ਦੇ ਹੇਠਾਂ ਰੱਖਣ ਨਾਲ ਬਹੁਤ ਫਰਕ ਪੈ ਗਿਆ ਸੀ। ਡਾਕਟਰ ਦੇ ਆਉਣ ਤੱਕ ਮੁੰਡਾ ਸਾਡੇ ਨਾਲ ਖੜਾ ਰਿਹਾ। ਉਸ ਦਾ ਨਾਮ ਕਾਰਤਿਕ ਸੀ। ਉਹ ਮੈਨੂੰ ਮੇਰੀ ਮਾਂ ਦੀ ਬਿਮਾਰੀ ਬਾਰੇ ਪੁੱਛ ਰਿਹਾ ਸੀ ਅਤੇ ਇੱਕ ਪੇਪਰ ਉੱਤੇ ਲਿਖ ਰਿਹਾ ਸੀ।
ਜਦੋਂ ਡਾਕਟਰ ਆਇਆ ਤਾਂ ਉਹ ਆਪ ਹੀ ਮਾਂ ਨੂੰ ਅੰਦਰ ਲੈ ਗਿਆ। ਮਾਂ ਦੀ ਜਾਂਚ ਕਰਵਾਈ। ਜਦੋਂ ਮੈਂ ਅਤੇ ਮਾਂ ਵਾਪਸ ਆਉਣ ਲੱਗੇ ਤਾਂ ਉਸਨੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਅਤੇ ਕਿਹਾ ਕਿ ਜੇਕਰ ਕਦੇ ਕੋਈ ਸਮੱਸਿਆ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਉਹ 24-25 ਸਾਲਾਂ ਦਾ ਬਹੁਤ ਸੋਹਣਾ ਨੌਜਵਾਨ ਸੀ, ਪਰ ਮੈਨੂੰ ਇਸ ਤੋਂ ਵੱਧ ਜੋ ਚੀਜ਼ ਪਸੰਦ ਸੀ ਉਹ ਸੀ ਉਸਦੀ ਨਿਮਰਤਾ। ਉਹ ਲੜਕਾ ਹੋਰ ਮਰੀਜ਼ਾਂ ਨਾਲ ਵੀ ਬਹੁਤ ਚੰਗਾ ਵਿਵਹਾਰ ਕਰ ਰਿਹਾ ਸੀ। ਹੁਣ ਮੇਰੇ ਲਈ ਕੰਮ ਤੇ ਜਾਣਾ ਔਖਾ ਹੋ ਰਿਹਾ ਸੀ ਕਿਉਂਕਿ ਮੈਨੂੰ ਕੰਮ ਤੇ ਵੀ ਹਰ ਵੇਲੇ ਮਾਂ ਦੀ ਚਿੰਤਾ ਰਹਿੰਦੀ ਸੀ। ਮੰਮੀ ਨੇ ਮੈਨੂੰ 2 ਦਿਨ ਬਾਅਦ ਫੋਨ ਕਰਕੇ ਦੱਸਿਆ ਕਿ ਉਸ ਦੀ ਸਿਹਤ ਬਹੁਤ ਖਰਾਬ ਹੋ ਰਹੀ ਹੈ। ਮੈਂ ਦਫ਼ਤਰ ਤੋਂ ਛੁੱਟੀ ਲੈਣੀ ਚਾਹੁੰਦੀ ਸੀ ਪਰ ਮੈਨੂੰ ਛੁੱਟੀ ਨਹੀਂ ਮਿਲੀ। ਮੈਂ ਮਜਬੂਰੀ ਵਿੱਚ ਕਾਰਤਿਕ ਨੂੰ ਫੋਨ ਕਰਕੇ ਆਪਣੀ ਸਮੱਸਿਆ ਦੱਸੀ ਅਤੇ ਉਹ ਤੁਰੰਤ ਮੇਰੇ ਘਰ ਜਾਣ ਲਈ ਤਿਆਰ ਹੋ ਗਿਆ। ਕੁਝ ਦੇਰ ਬਾਅਦ ਕਾਰਤਿਕ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਮਾਂ ਦੀ ਸਿਹਤ ਹੁਣ ਕੁਝ ਠੀਕ ਹੋ ਗਈ ਹੈ। ਉਸ ਨੇ ਮੈਨੂੰ ਚਿੰਤਾ ਨਾ ਕਰਨ ਅਤੇ ਆਰਾਮ ਨਾਲ ਆਪਣਾ ਕੰਮ ਕਰਨ ਲਈ ਕਿਹਾ ਤੇ ਕਿਹਾ ਕਿ ਜਦ ਤੱਕ ਤੁਸੀਂ ਘਰ ਨਹੀਂ ਆ ਜਾਂਦੇ ਮੈਂ ਤੁਹਾਡੀ ਮਾਂ ਕੋਲ ਹੀ ਰਹਾਂਗਾ। ਇਹ ਸੁਣ ਕੇ ਮੈਨੂੰ ਰਾਹਤ ਮਿਲੀ। ਮੈਂ ਕਾਰਤਿਕ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਾਰਤਿਕ ਸੱਚਮੁੱਚ ਇੱਕ ਬਹੁਤ ਵਧੀਆ ਵਿਅਕਤੀ ਸੀ ਜੋ ਇਸ ਮੁਸ਼ਕਲ ਸਮੇਂ ਵਿੱਚ ਮੇਰੀ ਮਦਦ ਕਰ ਰਿਹਾ ਸੀ। ਜਦੋਂ ਸ਼ਾਮ ਨੂੰ ਮੈਂ ਘਰ ਪਰਤੀ ਤਾਂ ਮਾਂ ਠੀਕ ਠਾਕ ਸੀ। ਮਾਂ ਨੇ ਦੱਸਿਆ ਕਿ ਕਾਰਤਿਕ ਨੇ ਉਸ ਦਾ ਬਹੁਤ ਖਿਆਲ ਰੱਖਿਆ। ਹੁਣ ਕਾਰਤਿਕ ਹਰ ਰੋਜ਼ ਮਾਂ ਨੂੰ ਮਿਲਣ ਸਾਡੇ ਘਰ ਆਉਣ ਲੱਗਾ। ਹੁਣ ਉਹ ਸ਼ਾਮ ਨੂੰ ਸਾਡੇ ਘਰ ਜ਼ਰੂਰ ਆਉਂਦਾ ਅਤੇ ਮਾਂ ਦਾ ਬਲੱਡ ਪ੍ਰੈਸ਼ਰ ਖੁਦ ਚੈੱਕ ਕਰਦਾ। ਮੇਰੀ ਵੀ ਉਸ ਨਾਲ ਚੰਗੀ ਜਾਣ ਪਛਾਣ ਹੋ ਗਈ ਸੀ। ਕਾਰਤਿਕ ਸਾਡੇ ਘਰ ਦਾ ਪਰਿਵਾਰਕ ਮੈਂਬਰ ਬਣ ਗਿਆ ਸੀ। ਮੇਰੇ ਲਈ ਉਹ ਛੋਟੇ ਭਰਾ ਵਰਗਾ ਸੀ। ਜਦੋਂ ਵੀ ਮੈਨੂੰ ਮੇਰੀ ਮਾਂ ਦੀ ਸਿਹਤ ਨੂੰ ਲੈ ਕੇ ਕੋਈ ਸਮੱਸਿਆ ਹੁੰਦੀ ਮੈਂ ਤੁਰੰਤ ਕਾਰਤਿਕ ਨੂੰ ਫੋਨ ਕਰਦੀ। ਉਹ ਪਿਛਲੇ 5 ਸਾਲਾਂ ਤੋਂ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ ਅਤੇ ਦਵਾਈਆਂ ਬਾਰੇ ਕਾਫੀ ਗਿਆਨ ਹਾਸਲ ਕਰ ਚੁੱਕਾ ਸੀ। ਇੱਕ ਦਿਨ ਜਦੋਂ ਕਾਰਤਿਕ ਆਇਆ ਤਾਂ ਮਾਂ ਸੁੱਤੀ ਪਈ ਸੀ। ਹਮੇਸ਼ਾ ਦੀ ਤਰ੍ਹਾਂ ਚਾਹ ਬਣਾ ਕੇ ਮੈਂ ਉਸ ਕੋਲ ਆ ਕੇ ਬੈਠ ਗਈ। ਅਚਾਨਕ ਕਾਰਤਿਕ ਨੇ ਮੈਨੂੰ ਅਜਿਹੀ ਗੱਲ ਦੱਸ ਦਿੱਤੀ ਕਿ ਮੈਂ ਹੈਰਾਨ ਰਹਿ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਕਾਰਤਿਕ ਅਜਿਹਾ ਕੁਝ ਕਹਿ ਸਕਦਾ ਹੈ। ਮੈਂ ਸੋਚਿਆ ਸ਼ਾਇਦ ਉਹ ਮਜ਼ਾਕ ਕਰ ਰਿਹਾ ਸੀ। ਉਹ ਸੋਚ ਵੀ ਕਿਵੇਂ ਸਕਦਾ ਸੀ ਕਿ ਉਸਦਾ ਤੇ ਮੇਰਾ ਵਿਆਹ ਹੋ ਸਕਦਾ ਹੈ। ਮੈਂ ਇਸ ਨੂੰ ਕਾਰਤਿਕ ਦਾ ਬਚਪਨਾ ਸਮਝ ਕੇ ਅਣਡਿੱਠ ਕਰ ਦਿੱਤਾ। ਵਿਸ਼ਾ ਬਦਲਿਆ। ਮੈਂ ਪੁੱਛਿਆ, ਤੂੰ ਪੜ੍ਹਾਈ ਕਿਉਂ ਛੱਡ ਦਿੱਤੀ? ਉਹ ਕਹਿਣ ਲੱਗਾ ਕਿ ਉਸ ਦੀ ਪੜ੍ਹਾਈ ਵਿੱਚ ਕੋਈ ਖਾਸ ਰੁਚੀ ਨਹੀਂ ਸੀ। ਉਸ ਦੇ ਪਿਤਾ ਨੇ ਬਹੁਤ ਜ਼ੋਰ ਪਾਇਆ ਪਰ ਫਿਰ ਵੀ ਮੈਂ ਪੜ੍ਹਾਈ ਨਹੀਂ ਕੀਤੀ ਅਤੇ ਆਪਣੀ ਮਰਜ਼ੀ ਨਾਲ ਇਹ ਨੌਕਰੀ ਕਰਨ ਲੱਗਾ। ਉਸ ਦੇ ਮਾਪੇ ਉਸ ਦੀ ਨੌਕਰੀ ਤੋਂ ਖੁਸ਼ ਨਹੀਂ ਸਨ ਪਰ ਕਾਰਤਿਕ ਦੇ ਸਾਹਮਣੇ ਉਹ ਕੁਝ ਨਹੀਂ ਕਰ ਸਕਦੇ ਸਨ ਕਿਉਂਕਿ ਕਾਰਤਿਕ ਬਹੁਤ ਜਿੱਦੀ ਸੀ। ਕਾਰਤਿਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਇਹ ਕੰਮ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮਰੀਜ਼ ਤੰਦਰੁਸਤ ਹੋ ਕੇ ਘਰ ਜਾਂਦਾ ਹੈ ਤਾਂ ਬਹੁਤ ਰਾਹਤ ਮਿਲਦੀ ਹੈ। ਉਹ ਪੜ੍ਹ ਕੇ ਡਾਕਟਰ ਨਹੀਂ ਬਣ ਸਕਿਆ ਪਰ ਉਸਨੇ ਆਪਣੇ ਕੰਮ ਵਿੱਚ ਬਹੁਤ ਮੁਹਾਰਤ ਹਾਸਲ ਕਰ ਲਈ ਸੀ। ਉਹ ਹਰ ਸਮੱਸਿਆ ਨੂੰ ਡਾਕਟਰ ਵਾਂਗ ਸਮਝਾਉਂਦਾ ਸੀ। ਮੈਨੂੰ ਕਾਰਤਿਕ ਬਾਰੇ ਸਭ ਕੁਝ ਪਸੰਦ ਸੀ ਪਰ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰੇਗਾ ਕਿਉਂਕਿ ਮੈਂ ਉਸ ਤੋਂ 10 ਸਾਲ ਵੱਡੀ ਸੀ ਅਤੇ ਤਲਾਕਸ਼ੁਦਾ ਔਰਤ ਸੀ। ਪਰ ਅਗਲੇ ਹੀ ਦਿਨ ਉਸ ਨੇ ਮੈਨੂੰ ਆਪਣੇ ਨਾਲ ਦੁਬਾਰਾ ਵਿਆਹ ਕਰਨ ਲਈ ਕਿਹਾ ਤਾਂ ਮੈਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਸਮਝਾਇਆ ਕਿ ਉਹ ਮੇਰੇ ਲਈ ਛੋਟੇ ਭਰਾ ਵਾਂਗ ਹੈ। ਮੈਂ ਕਲਪਨਾ ਵੀ ਨਹੀਂ ਕਰ ਸਕਦੀ ਸੀ ਮੈਂ ਉਸ ਨਾਲ ਵਿਆਹ ਕਰਾਂਗੀ। ਮੇਰੀ ਗੱਲ ਸੁਣ ਕੇ ਕਾਰਤਿਕ ਦਾ ਚਿਹਰਾ ਫਿੱਕਾ ਪੈ ਗਿਆ ਸੀ। ਉਹ ਚੁੱਪਚਾਪ ਚਲਾ ਗਿਆ ਸੀ। ਮੈਂ ਸੋਚਿਆ ਕਿ ਉਹ ਅਗਲੇ ਦਿਨ ਨਹੀਂ ਆਵੇਗਾ ਪਰ ਜਦੋਂ ਮੈਂ ਦਫ਼ਤਰ ਤੋਂ ਵਾਪਸ ਆਈ ਤਾਂ ਉਹ ਪਹਿਲਾਂ ਹੀ ਮੇਰੇ ਘਰ ਮੌਜੂਦ ਸੀ ਅਤੇ ਮੇਰੀ ਮਾਂ ਨਾਲ ਹੱਸ ਕੇ ਗੱਲਾਂ ਕਰ ਰਿਹਾ ਸੀ। ਇੰਨੇ ਲੰਬੇ ਸਮੇਂ ਬਾਅਦ ਮਾਂ ਨੂੰ ਹੱਸਦੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਕਾਰਤਿਕ ਨੇ ਮੈਨੂੰ ਦੇਖਦੇ ਹੀ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਫਿਰ ਮਾਂ ਨਾਲ ਗੱਲਾਂ ਕਰਨ ਵਿੱਚ ਰੁੱਝ ਗਿਆ। ਮੈਂ ਇਸ ਵਿਅਕਤੀ ਨੂੰ ਦੇਖ ਕੇ ਹੈਰਾਨ ਸੀ ਕਿਉਂਕਿ ਮੈਂ ਕੱਲ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਮੈਂ ਸੋਚਿਆ ਸੀ ਕਿ ਹੁਣ ਉਹ ਨਹੀਂ ਆਵੇਗਾ ਪਰ ਹਰ ਰੋਜ਼ ਦੀ ਤਰ੍ਹਾਂ ਉਹ ਮਾਂ ਕੋਲ ਖੁਸ਼ੀ ਨਾਲ ਬੈਠਾ ਸੀ। ਜਦੋਂ ਮੈਂ ਫਰੈਸ਼ ਹੋ ਕੇ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਉਹ ਵੀ ਮੇਰੇ ਪਿੱਛੇ ਪਿੱਛੇ ਆ ਗਿਆ। ਮੈਂ ਹੈਰਾਨ ਹੋ ਕੇ ਉਸ ਵੱਲ ਦੇਖਿਆ। ਉਹ ਕਹਿਣ ਲੱਗੀ, ਸੁਹਾਨਾ, ਤੂੰ ਕਦੋਂ ਤੱਕ ਇਕੱਲੀ ਰਹੇਗੀ? ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਤੁਹਾਨੂੰ ਹਮੇਸ਼ਾ ਲਈ ਖੁਸ਼ ਰੱਖਣਾ ਚਾਹੁੰਦਾ ਹਾਂ। ਮੈਂ ਇੱਕ ਲੰਮਾ ਡੂੰਘਾ ਸਾਹ ਲਿਆ ਅਤੇ ਇੱਕ ਵਾਰ ਫਿਰ ਕਾਰਤਿਕ ਨੂੰ ਸਮਝਾਇਆ ਕਿ ਮੇਰੀ ਅਤੇ ਤੁਹਾਡੀ ਉਮਰ ਵਿੱਚ ਬਹੁਤ ਅੰਤਰ ਹੈ। ਸਾਡਾ ਰਿਸ਼ਤਾ ਸੰਭਵ ਨਹੀਂ ਹੈ। ਮੈਨੂੰ ਪਤਾ ਸੀ ਕਿ ਕਾਰਤਿਕ ਬਹੁਤ ਜਿੱਦੀ ਸੀ। ਜੇਕਰ ਮੈਂ ਉਸ ਨਾਲ ਗੁੱਸੇ ਨਾਲ ਗੱਲ ਕਰਦੀ ਤਾਂ ਇਹ ਮਾਮਲਾ ਹੋਰ ਵੀ ਵਿਗੜ ਜਾਣਾ ਸੀ। ਇਸੇ ਲਈ ਮੈਂ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉਸ ਨੂੰ ਸਮਝਾਇਆ ਕਿ ਮੈਂ ਤਲਾਕਸ਼ੁਦਾ ਅਤੇ ਬਾਂਝ ਔਰਤ ਹਾਂ
ਅਤੇ ਹੁਣ ਬੁੱਢੀ ਵੀ ਹੋ ਗਈ ਹਾਂ। ਤੁਹਾਨੂੰ ਕਿਸੇ ਨੌਜਵਾਨ ਸੁੰਦਰ ਲੜਕੀ ਨਾਲ ਵਿਆਹ ਕਰਨਾ ਚਾਹੀਦਾ ਹੈ। ਪਰ ਕਾਰਤਿਕ ਇਹ ਮੰਨਣ ਲਈ ਤਿਆਰ ਨਹੀਂ ਸੀ। ਕਈ ਵਾਰ ਮੈਂ ਸੋਚਦੀ ਹਾਂ ਕਿ ਕਾਰਤਿਕ ਨੇ ਮੇਰੇ ਨਾਲ ਵਿਆਹ ਕਿਉਂ ਕਰਨਾ ਹੈ, ਜਦੋਂ ਕਿ ਉਹ ਜਵਾਨ ਹੈ ਅਤੇ ਬਹੁਤ ਹੁਸ਼ਿਆਰ ਮੁੰਡਾ ਹੈ। ਉਸ ਨੂੰ ਕੋਈ ਵੀ ਸੋਹਣੀ ਕੁੜੀ ਮਿਲ ਸਕਦੀ ਹੈ। ਇੱਕ ਦਿਨ ਮੈਂ ਗੁੱਸੇ ਵਿੱਚ ਆ ਕੇ ਉਸ ਨੂੰ ਕਿਹਾ ਕਿ ਪਹਿਲਾਂ ਇਸ ਰਿਸ਼ਤੇ ਬਾਰੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰੋ ਅਤੇ ਫਿਰ ਆ ਕੇ ਮੈਨੂੰ ਦੱਸਿਓ। ਉਸ ਤੋਂ ਬਾਅਦ ਹੀ ਮੈਂ ਵਿਆਹ ਬਾਰੇ ਕੋਈ ਫੈਸਲਾ ਲਵਾਂਗੀ। ਮੈਨੂੰ ਭਰੋਸਾ ਸੀ ਕਿ ਕਾਰਤਿਕ ਦੇ ਮਾਤਾ-ਪਿਤਾ ਸਹਿਮਤ ਨਹੀਂ ਹੋਣਗੇ। ਕੋਈ ਵੀ ਮਾਤਾ-ਪਿਤਾ ਨਹੀਂ ਚਾहेंगे ਕਿ ਉਹਨਾਂ ਦਾ 25 ਸਾਲ ਦਾ ਪੁੱਤਰ ਤਲਾਕਸ਼ੁਦਾ ਔਰਤ ਨਾਲ ਵਿਆਹ ਕਰੇ। ਅਗਲੇ ਦਿਨ ਜਦੋਂ ਕਾਰਤਿਕ ਸਾਡੇ ਘਰ ਆਇਆ ਤਾਂ ਉਸ ਨੇ ਮੇਰੇ ਨਾਲ ਵਿਆਹ ਦੀ ਕੋਈ ਗੱਲ ਨਹੀਂ ਕੀਤੀ ਅਤੇ ਮੈਨੂੰ ਯਕੀਨ ਸੀ ਕਿ ਉਹ ਮੈਨੂੰ ਹੋਰ ਤੰਗ ਨਹੀਂ ਕਰੇਗਾ। ਕਾਰਤਿਕ ਨੂੰ ਸਾਡੇ ਘਰ ਆਉਂਦੇ 8 ਮਹੀਨੇ ਹੋ ਗਏ ਸਨ ਅਤੇ ਹੁਣ ਪਿਛਲੇ 2 ਮਹੀਨਿਆਂ ਵਿੱਚ ਉਸਨੇ ਇੱਕ ਵਾਰ ਵੀ ਮੇਰੇ ਨਾਲ ਵਿਆਹ ਦੀ ਗੱਲ ਨਹੀਂ ਕੀਤੀ ਸੀ। ਮੈਂ ਆਰਾਮ ਨਾਲ ਆਪਣਾ ਕੰਮ ਕਰ ਰਹੀ ਸੀ। ਮਾਂ ਦੀ ਸਿਹਤ ਵਿੱਚ ਵੀ ਸੁਧਾਰ ਹੋ ਗਿਆ ਸੀ। ਮੇਰੇ ਦਫ਼ਤਰ ਵਿੱਚ ਮੇਰੀ ਤਰੱਕੀ ਵੀ ਵੱਧ ਗਈ ਸੀ। ਮੈਂ ਆਪਣੀ ਮਾਂ ਲਈ ਇੱਕ ਨੌਕਰਾਣੀ ਰੱਖਣਾ ਚਾਹੁੰਦੀ ਸੀ ਜੋ ਹਰ ਸਮੇਂ ਮੇਰੀ ਮਾਂ ਨਾਲ ਰਹੇ, ਪਰ ਮੈਨੂੰ ਕੋਈ ਭਰੋਸੇਮੰਦ ਔਰਤ ਨਹੀਂ ਮਿਲੀ ਜਿਸ ਨੂੰ ਮੈਂ ਆਪਣੀ ਗੈਰ ਹਾਜ਼ਰੀ ਵਿੱਚ ਆਪਣੇ ਘਰ ਛੱਡ ਸਕਾਂ। ਇਸ ਸਾਰੇ ਸਮੇਂ ਦੌਰਾਨ ਕਾਰਤਿਕ ਜਦੋਂ ਸਾਡੇ ਘਰ ਵਿੱਚ ਹੁੰਦਾ ਤਾਂ ਹੱਸਦਾ ਮੁਸਕਰਾਉਂਦਾ ਰਹਿੰਦਾ ਸੀ, ਪਰ ਜਿਵੇਂ ਹੀ ਉਹ ਚਲਾ ਜਾਂਦਾ ਤਾਂ ਘਰ ਵਿੱਚ ਇੱਕ ਵਾਰ ਫਿਰ ਸਨਾਟਾ ਛਾ ਜਾਂਦਾ, ਕਿਉਂਕਿ ਮੈਂ ਘਰ ਦੇ ਕੰਮ ਵਿੱਚ ਰੁੱਝ ਜਾਂਦੀ ਸੀ ਅਤੇ ਮੇਰੀ ਮਾਂ ਇਕੱਲੀ ਪਈ ਰਹਿੰਦੀ ਸੀ। ਹੁਣ ਮੈਨੂੰ ਵੀ ਕਾਰਤਿਕ ਦੀ ਆਦਤ ਪੈ ਗਈ ਸੀ। ਜੇ ਉਹ ਇੱਕ ਦਿਨ ਵੀ ਦੂਰ ਰਹਿੰਦਾ ਤਾਂ ਮੈਂ ਉਸ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਪੁੱਛਦੀ। ਇੱਕ ਦਿਨ ਕਾਰਤਿਕ ਮੇਰੇ ਘਰ ਆਇਆ ਅਤੇ ਬਹੁਤ ਖੁਸ਼ ਸੀ। ਜਿਵੇਂ ਹੀ ਉਸਨੇ ਮੈਨੂੰ ਦੇਖਿਆ ਉਹ ਤੁਰੰਤ ਮੇਰੇ ਕੋਲ ਆਇਆ ਅਤੇ ਕਿਹਾ ਕਿ ਮੇਰੇ ਮਾਤਾ-ਪਿਤਾ ਵਿਆਹ ਲਈ ਸਹਿਮਤ ਹਨ ਅਤੇ ਤੁਹਾਡੇ ਘਰ ਆਉਣਾ ਚਾਹੁੰਦੇ ਹਨ। ਉਹ ਮੈਨੂੰ ਕਹਿ ਰਿਹਾ ਸੀ ਕਿ ਦੱਸੋ ਮੈਂ ਉਹਨਾਂ ਨੂੰ ਕਦੋਂ ਤੁਹਾਡੇ ਘਰ ਭੇਜਾਂ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੀ ਕਹਿ ਰਹੇ ਹੋ। ਉਹ ਕਹਿਣ ਲੱਗਾ ਕਿ ਸੁਹਾਨਾ, ਤੂੰ ਖੁਦ ਕਿਹਾ ਸੀ ਕਿ ਜਦੋਂ ਤੇਰੇ ਮਾਤਾ-ਪਿਤਾ ਇਸ ਰਿਸ਼ਤੇ ਲਈ ਰਾਜ਼ੀ ਹੋ ਜਾਣਗੇ ਉਸ ਸਮੇਂ ਤੂੰ ਮੇਰੇ ਨਾਲ ਵਿਆਹ ਕਰ ਲਵੇਂਗੀ। ਮੈਂ ਆਪਣੇ ਮਾਤਾ-ਪਿਤਾ ਨੂੰ ਮਨਾਉਣ ਲਈ ਬਹੁਤ ਸਮਾਂ ਲਿਆ। ਹੁਣ ਤੁਸੀਂ ਹੀ ਦੱਸੋ ਕਿ ਉਹਨਾਂ ਨੂੰ ਕਦੋਂ ਭੇਜਾਂ। ਕਾਰਤਿਕ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ ਅਤੇ ਮੈਂ ਸੋਚ ਰਹੀ ਸੀ ਕਿ ਉਸ ਨੇ ਕਿੰਨੀਆਂ ਮਿੰਨਤਾਂ ਨਾਲ ਆਪਣੇ ਮਾਤਾ-ਪਿਤਾ ਨੂੰ ਮਨਾਇਆ ਹੋਵੇਗਾ। ਉਹ ਇੰਨੇ ਮਹੀਨਿਆਂ ਤੋਂ ਚੁੱਪ ਰਿਹਾ ਕਿਉਂਕਿ ਮੈਂ ਉਸ ਨੂੰ ਆਪਣੇ ਮਾਪਿਆਂ ਨੂੰ ਮਨਾਉਣ ਲਈ ਕਿਹਾ ਸੀ। ਪਹਿਲਾਂ ਮੈਂ ਸੋਚ ਰਹੀ ਸੀ ਕਿ ਉਹ ਆਪਣੇ ਇਰਾਦਿਆਂ ਤੋਂ ਹਟ ਗਿਆ ਹੈ। ਜਦੋਂ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਅਤੇ ਉਸ ਨਾਲ ਸਲਾਹ ਕੀਤੀ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਫੈਲ ਗਈ। ਉਹ ਕਹਿਣ ਲੱਗੀ ਕਿ ਤੁਹਾਨੂੰ ਕਾਰਤਿਕ ਤੋਂ ਵਧੀਆ ਰਿਸ਼ਤਾ ਨਹੀਂ ਮਿਲ ਸਕਦਾ। ਤੁਸੀਂ ਉਸ ਨਾਲ ਵਿਆਹ ਕਰ ਲਓ, ਤੁਹਾਡੀ ਜ਼ਿੰਦਗੀ ਬਿਹਤਰ ਹੋ ਜਾਵੇਗੀ ਅਤੇ ਮੇਰੀ ਮੌਤ ਦੇ ਸਮੇਂ ਮੈਨੂੰ ਵੀ ਰਾਹਤ ਮਿਲੇਗੀ ਕਿ ਮੇਰੀ ਧੀ ਇਕੱਲੀ ਨਹੀਂ ਹੈ। ਮੇਰੀ ਮਾਂ ਕਹਿ ਰਹੀ ਸੀ ਕਿ ਵਿਆਹ ਤੋਂ ਬਾਅਦ ਤੂੰ ਨੌਕਰੀ ਛੱਡ ਕੇ ਆਰਾਮ ਨਾਲ ਘਰ ਸੰਭਾਲ ਲੈ। ਮਾਂ ਦੇ ਕਾਫੀ ਦਬਾਅ ਤੋਂ ਬਾਅਦ ਮੈਂ ਕਾਰਤਿਕ ਨੂੰ ਕਿਹਾ ਕਿ ਠੀਕ ਹੈ, ਉਹ ਆਪਣੇ ਮਾਤਾ-ਪਿਤਾ ਨੂੰ ਮੇਰੇ ਘਰ ਭੇਜ ਦੇਵੇ। ਅਗਲੇ ਹੀ ਦਿਨ ਕਾਰਤਿਕ ਦੇ ਮਾਤਾ-ਪਿਤਾ ਰਿਸ਼ਤਾ ਲੈ ਕੇ ਆ ਗਏ ਅਤੇ ਉਹਨਾਂ ਦੇ ਬੋਲਾਂ ਤੋਂ ਸਾਫ਼ ਹੋ ਗਿਆ ਸੀ ਕਿ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਸੀ ਕਿਉਂਕਿ ਮੇਰੇ ਅਤੇ ਕਾਰਤਿਕ ਦਾ ਰਿਸ਼ਤਾ ਬਿਲਕੁਲ ਅਨੋਖਾ ਸੀ। ਜਿਸ ਨੂੰ ਵੀ ਇਸ ਰਿਸ਼ਤੇ ਬਾਰੇ ਪਤਾ ਲੱਗੇਗਾ ਉਹ ਤਾਂ ਇਹੀ ਕਹੇਗਾ ਕਿ ਬੁੱਢੀ ਔਰਤ ਨੇ ਜਵਾਨ ਮੁੰਡੇ ਨੂੰ ਫਸਾ ਲਿਆ ਹੈ। ਸਾਡੇ ਸਮਾਜ ਵਿੱਚ ਇਹ ਗੱਲ ਆਮ ਹੈ ਕਿ ਵੱਡੀ ਉਮਰ ਦੀ ਔਰਤ ਦਾ ਛੋਟੇ ਲੜਕੇ ਨਾਲ ਵਿਆਹ ਚੰਗਾ ਨਹੀਂ ਸਮਝਿਆ ਜਾਂਦਾ। ਕਾਰਤਿਕ ਨਾਲ ਮੇਰਾ ਰਿਸ਼ਤਾ ਹੋ ਗਿਆ। ਕਈ ਵਾਰ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਕਿ ਮੈਂ ਉਸ ਵਿਅਕਤੀ ਨਾਲ ਵਿਆਹ ਕਰਵਾ ਰਹੀ ਹਾਂ ਜਿਸ ਨੂੰ ਮੈਂ ਆਪਣਾ ਛੋਟਾ ਭਰਾ ਸਮਝਦੀ ਸੀ। ਕਾਰਤਿਕ ਅਤੇ ਮੇਰਾ ਵਿਆਹ ਬਹੁਤ ਸਾਦੇ ਢੰਗ ਨਾਲ ਹੋਇਆ ਸੀ ਕਿਉਂਕਿ ਮੈਂ ਧੂਮ-ਧਾਮ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਕਾਰਤਿਕ ਦੇ ਮਾਤਾ-ਪਿਤਾ ਵੀ ਇਸ ਤੱਥ ਨੂੰ ਛੁਪਾ ਰਹੇ ਸਨ ਕਿ ਉਹਨਾਂ ਦੀ ਨੂੰਹ 35 ਸਾਲ ਦੀ ਤਲਾਕਸ਼ੁਦਾ ਔਰਤ ਸੀ। ਉਦੋਂ ਆਂਢ-ਗੁਆਂਢ ਦੇ ਲੋਕਾਂ ਨੂੰ ਮੇਰੇ ਵਿਆਹ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੋਈ ਕਸਰ ਬਾਕੀ ਨਹੀਂ ਛੱਡੀ। ਗੁਆਂਢੀਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਲੜਕੇ ਨੂੰ ਆਪਣੀ ਮਾਂ ਦੇ ਬਿਮਾਰ ਹੋਣ ਦੇ ਬਹਾਨੇ ਬੁਲਾ ਕੇ ਫਸਾ ਲਿਆ ਸੀ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਵਿਦਾਈ ਵੇਲੇ ਮੈਂ ਆਪਣੀ ਮਾਂ ਨੂੰ ਜੱਫੀ ਪਾ ਕੇ ਬਹੁਤ ਰੋਈ। ਮਾਂ ਨੇ ਆਪਣੇ ਆਸ਼ੀਰਵਾਦ ਦਿੰਦਿਆਂ ਮੈਨੂੰ ਵਿਦਾਇਗੀ ਦਿੱਤੀ ਅਤੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ। ਸਹੁਰੇ ਘਰ ਪੈਰ ਧਰਦਿਆਂ ਹੀ ਮੇਰਾ ਦਿਲ ਅਜੀਬ ਤਰ੍ਹਾਂ ਧੜਕ ਰਿਹਾ ਸੀ। ਮੇਰੀ ਸੱਸ ਮੇਰੇ ਨਾਲ ਬਹੁਤ ਕਠੋਰ ਸੀ। ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਸੇਵਾ ਨਾਲ ਆਪਣੇ ਸਹੁਰੇ ਅਤੇ ਸੱਸ ਦਾ ਦਿਲ ਜਿੱਤ ਲਵਾਂਗੀ
ਅਤੇ ਕਾਰਤਿਕ ਨੂੰ ਇਸ ਰਿਸ਼ਤੇ ਬਾਰੇ ਕਦੇ ਵੀ ਸ਼ਰਮ ਮਹਿਸੂਸ ਨਹੀਂ ਹੋਣ ਦਿਆਂਗੀ। ਮੇਰੀ ਸੱਸ ਮੈਨੂੰ ਕਾਰਤਿਕ ਦੇ ਕਮਰੇ ਵਿੱਚ ਲੈ ਗਈ। ਕੁਝ ਸਮਾਂ ਹੀ ਬੀਤਿਆ ਸੀ ਜਦੋਂ ਕਾਰਤਿਕ ਕਮਰੇ ਵਿੱਚ ਆਇਆ ਅਤੇ ਮੇਰਾ ਦਿਲ ਤੇਜ਼ ਧੜਕਣ ਲੱਗਾ। ਕਾਰਤਿਕ ਮੇਰੇ ਕੋਲ ਬੈਠ ਗਿਆ ਅਤੇ ਚੁੱਪਚਾਪ ਮੇਰੇ ਚਿਹਰੇ ਵੱਲ ਦੇਖਦਾ ਰਿਹਾ। ਉਹ ਕਹਿ ਰਿਹਾ ਸੀ ਕਿ ਅੱਜ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਪੂਰੀ ਹੋ ਗਈ ਹੈ। ਜਦੋਂ ਮੈਂ ਉਸ ਦੇ ਚਿਹਰੇ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਬਹੁਤ ਪਿਆਰ ਸੀ। ਉਹ ਕਹਿ ਰਿਹਾ ਸੀ ਕਿ ਸੁਹਾਨਾ, ਮੈਂ ਬੜੀ ਮੁਸ਼ਕਲ ਨਾਲ ਆਪਣੇ ਮਾਤਾ-ਪਿਤਾ ਨੂੰ ਇਸ ਰਿਸ਼ਤੇ ਲਈ ਮਨਾਇਆ ਹੈ। ਮੈਂ ਕਿਸੇ ਵੀ ਤਰ੍ਹਾਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਪਿਆਰ ਤੋਂ ਇਲਾਵਾ ਇਸ ਦੇ ਪਿੱਛੇ ਇੱਕ ਹੋਰ ਕਾਰਨ ਛੁਪਿਆ ਹੋਇਆ ਸੀ। ਅਤੇ ਜਦੋਂ ਕਾਰਤਿਕ ਨੇ ਮੈਨੂੰ ਉਹ ਕਾਰਨ ਦੱਸਿਆ ਤਾਂ ਮੇਰੇ ਹੰਝੂ ਨਹੀਂ ਰੁਕ ਰਹੇ ਸਨ। ਕਾਰਤਿਕ ਨੇ ਮੈਨੂੰ ਦੱਸਿਆ ਕਿ ਸੁਹਾਨਾ, ਮੈਂ ਹਮੇਸ਼ਾ ਤੋਂ ਆਪਣੇ ਤੋਂ ਵੱਡੀ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਸੀ। ਫਿਰ ਮੈਂ ਤੁਹਾਨੂੰ ਹਸਪਤਾਲ ਵਿੱਚ ਮਿਲਿਆ ਅਤੇ ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਇਆ। ਜਦੋਂ ਮੈਂ ਤੁਹਾਡੇ ਘਰ ਆਉਣਾ ਸ਼ੁਰੂ ਕੀਤਾ ਤਾਂ ਮੈਂ ਹੌਲੀ-ਹੌਲੀ ਤੁਹਾਨੂੰ ਹੋਰ ਜਾਣਨ ਲੱਗ ਪਿਆ ਅਤੇ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਦਿਲ ਦੇ ਬਹੁਤ ਚੰਗੇ ਹੋ। ਮੈਨੂੰ ਤੁਹਾਡੇ ਨਾਲ ਆਪਣੇ ਆਪ ਹੀ ਪਿਆਰ ਹੋ ਗਿਆ। ਮੇਰੀ ਇੱਛਾ ਜੋ ਹਮੇਸ਼ਾ ਮੇਰੇ ਬੁੱਲ੍ਹਾਂ ਤੇ ਆਉਂਦੀ ਸੀ, ਸ਼ਾਇਦ ਰੱਬ ਨੇ ਉਹ ਸਵੀਕਾਰ ਕਰ ਲਈ ਸੀ ਅਤੇ ਤੁਹਾਡੇ ਰੂਪ ਵਿੱਚ ਮੇਰੀ ਜ਼ਿੰਦਗੀ ਵਿੱਚ ਬਹਾਰ ਆ ਗਈ ਸੀ। ਜਦੋਂ ਤੁਸੀਂ ਕਿਹਾ ਸੀ ਕਿ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਇਸ ਰਿਸ਼ਤੇ ਲਈ ਮਨਾ ਲਓ, ਫਿਰ ਮੈਂ ਵਿਆਹ ਕਰਨ ਲਈ ਤਿਆਰ ਹਾਂ, ਤਾਂ ਮੈਂ ਥੋੜਾ ਚਿੰਤਤ ਹੋ ਗਿਆ। ਜਦੋਂ ਮੈਂ ਡਰਦੇ ਮਾਰੇ ਘਰ ਵਿੱਚ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਪਹਿਲਾਂ ਤਾਂ ਮੇਰੇ ਮਾਤਾ-ਪਿਤਾ ਨੂੰ ਬਹੁਤ ਗੁੱਸਾ ਆਇਆ। ਫਿਰ ਨੌਕਰੀ ਵੀ ਇੰਨੀ ਚੰਗੀ ਨਹੀਂ ਸੀ ਕਿ ਮੈਂ ਆਪਣੇ ਮਾਤਾ-ਪਿਤਾ ਦੇ ਵਿਰੁੱਧ ਜਾ ਕੇ ਵਿਆਹ ਕਰਵਾ ਲਵਾਂ ਤੇ ਤੇਰਾ ਸਾਥ ਦੇ ਸਕਾਂ। ਮੇਰੇ ਮਾਤਾ-ਪਿਤਾ ਨੇ ਵੀ ਮੇਰੇ ਸਾਹਮਣੇ ਇਹੀ ਗੱਲ ਰੱਖੀ ਕਿ ਜਦੋਂ ਤੇਰੀ ਪਤਨੀ ਆਵੇਗੀ ਤਾਂ ਉਸ ਦਾ ਖਰਚਾ ਕੌਣ ਉਠਾਵੇਗਾ। ਮੇਰੇ ਮਾਤਾ-ਪਿਤਾ ਨੇ ਕਿਹਾ ਕਿ ਪਹਿਲਾਂ ਇਸ ਕਾਬਲ ਬਣੋ ਕਿ ਅਸੀਂ ਤੁਹਾਡੇ ਵਿਆਹ ਬਾਰੇ ਸੋਚ ਸਕੀਏ, ਫਿਰ ਸਾਨੂੰ ਆਪਣੀ ਪਸੰਦ ਦੱਸੋ। ਆਪਣੇ ਪਿਤਾ ਦੀ ਸ਼ਰਤ ਪੂਰੀ ਕਰਨ ਲਈ ਮੈਂ ਆਪਣੀ ਬਚਤ ਨਾਲ ਇੱਕ ਛੋਟਾ ਜਿਹਾ ਮੈਡੀਕਲ ਸਟੋਰ ਖੋਲ੍ਹ ਲਿਆ ਅਤੇ 1-2 ਮਹੀਨੇ ਵਿੱਚ ਹੀ ਮੇਰਾ ਮੈਡੀਕਲ ਸਟੋਰ ਚੱਲਣ ਲੱਗ ਪਿਆ ਅਤੇ ਮੇਰੀ ਕਮਾਈ ਵੀ ਚੰਗੀ ਹੋ ਗਈ। ਜਦੋਂ ਮੈਂ ਦੁਬਾਰਾ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੇਰੇ ਮਾਤਾ-ਪਿਤਾ ਸਹਿਮਤ ਹੋ ਗਏ ਅਤੇ ਇਸ ਤਰ੍ਹਾਂ ਤੁਹਾਡਾ ਅਤੇ ਮੇਰਾ ਵਿਆਹ ਹੋ ਗਿਆ। ਮੈਂ ਬਹੁਤ ਖੁਸ਼ ਹਾਂ। ਮੇਰੇ ਦਿਲ ਤੇ ਪਿਆ ਭਾਰੀ ਬੋਝ ਲੈ ਗਿਆ। ਮੈਂ ਕਾਰਤਿਕ ਦੇ ਚਿਹਰੇ ਵੱਲ ਦੇਖ ਰਹੀ ਸੀ ਅਤੇ ਫਿਰ ਕਾਰਤਿਕ ਨੇ ਮੇਰੇ ਨਾਲ ਵਿਆਹ ਕਰਨ ਦਾ ਅਸਲ ਕਾਰਨ ਦੱਸਿਆ, ਜਿਸ ਨੂੰ ਸੁਣ ਕੇ ਮੈਂ ਦੰਗ ਰਹਿ ਗਈ। ਕਾਰਤਿਕ ਨੇ ਦੱਸਿਆ ਕਿ ਉਸ ਸਮੇਂ ਮੇਰੀ ਉਮਰ 20 ਸਾਲ ਸੀ। ਮੇਰਾ ਇੱਕ ਵੱਡਾ ਭਰਾ ਸੀ ਜੋ ਵਿਆਹਿਆ ਹੋਇਆ ਸੀ। ਮੇਰੀ ਭਾਬੀ ਦਾ ਰੰਗ ਕਾਲਾ ਸੀ ਪਰ ਉਸ ਦਾ ਸੁਭਾਅ ਬਹੁਤ ਵਧੀਆ ਸੀ। ਭਰਾ ਅਤੇ ਭਾਬੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸਨ। ਸਾਰਾ ਘਰ ਆਉਣ ਵਾਲੇ ਮਹਿਮਾਨ ਦੀ ਤਿਆਰੀ ਕਰ ਰਿਹਾ ਸੀ। ਮੇਰੀ ਮਾਂ ਪੋਤਾ ਚਾਹੁੰਦੀ ਸੀ ਪਰ ਮੇਰੀ ਮਾਂ ਦੀ ਇੱਛਾ ਪੂਰੀ ਨਹੀਂ ਹੋਈ ਅਤੇ ਭਰਜਾਈ ਨੇ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ। ਅਸੀਂ ਸਾਰੇ ਉਸ ਛੋਟੀ ਬੱਚੀ ਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਮਾਂ ਨੂੰ ਛੱਡ ਕੇ ਉਹਨਾਂ ਨੂੰ ਪੋਤੇ ਦੀ ਆਸ ਸੀ ਅਤੇ ਉਹਨਾਂ ਦੀ ਇੱਛਾ ਪੂਰੀ ਨਹੀਂ ਹੋਈ ਸੀ। ਸਿਮਰ ਅਜੇ 1 ਸਾਲ ਦੀ ਹੀ ਹੋਈ ਸੀ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਭਾਬੀ ਗੁਜ਼ਰ ਗਈ। ਮੇਰੇ ਤੋਂ ਇਲਾਵਾ ਇਸ ਘਰ ਵਿੱਚ ਕੋਈ ਨਹੀਂ ਸੀ ਜੋ ਮੇਰੀ ਭਰਜਾਈ ਦਾ ਸਾਥ ਦੇ ਸਕੇ। ਮੈਂ ਆਪਣੀ ਭਾਬੀ ਦਾ ਬਹੁਤ ਸਾਥ ਦਿੱਤਾ, ਨਹੀਂ ਤਾਂ ਉਹ ਮੇਰੀ ਮਾਂ ਦੇ ਤਾਨੇ ਸੁਣ ਕੇ ਮਰ ਜਾਣੀ ਸੀ। ਉਹ ਮੈਨੂੰ ਆਪਣਾ ਪਾਪਾ ਸਮਝ ਕੇ ਪਾਪਾ ਕਹਿਣ ਲੱਗ ਪਈ। ਮੈਂ ਸਮਰ ਨੂੰ ਬਹੁਤ ਪਿਆਰ ਕਰਦਾ ਸੀ ਪਰ ਇੱਕ ਦਿਨ ਮੇਰੀ ਮਾਂ ਨੇ ਬਹੁਤ ਸਖਤ ਫੈਸਲਾ ਲੈ ਲਿਆ। ਉਸਨੇ ਭਰਜਾਈ ਨੂੰ ਸਖਤ ਸ਼ਬਦਾਂ ਵਿੱਚ ਇਹ ਘਰ ਛੱਡਣ ਲਈ ਕਿਹਾ ਪਰ ਭਾਬੀ ਇਸ ਘਰ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਭਾਬੀ ਦੀ ਦੇਖਭਾਲ ਕਰਨ ਵਾਲਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਉਸਦੇ ਚਾਚਾ ਚਾਚੀ ਅਤੇ ਮਾਪੇ ਪਹਿਲਾਂ ਹੀ ਇਸ ਸੰਸਾਰ ਨੂੰ ਛੱਡ ਚੁੱਕੇ ਸਨ। ਭਾਬੀ ਇਸ ਘਰ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਅਤੇ ਇੱਕ ਰਾਤ ਉਹ ਮੇਰੇ ਕੋਲ ਆਉਣ ਲਈ ਮਜਬੂਰ ਹੋ ਗਈ। ਉਸਨੇ ਕਿਹਾ ਕਿ ਤੁਸੀਂ ਮੇਰੇ ਨਾਲ ਵਿਆਹ ਕਰ ਲਓ, ਇਸ ਤਰ੍ਹਾਂ ਮੈਂ ਹਮੇਸ਼ਾ ਇਸ ਘਰ ਵਿੱਚ ਹੀ ਰਹਾਂਗੀ ਤੇ ਮੇਰੀ ਧੀ ਸਿਮਰ ਨੂੰ ਵੀ ਆਪਣੇ ਪਿਤਾ ਦਾ ਪਿਆਰ ਮਿਲੇਗਾ। ਪਰ ਮੈਂ ਵੀ ਉਸ ਦੇ ਮੂੰਹੋਂ ਇਹ ਸੁਣ ਕੇ ਦੰਗ ਰਹਿ ਗਿਆ। ਇਨਸਾਨ ਹੋਣ ਦੇ ਨਾਤੇ ਮੈਂ ਆਪਣੀ ਭਰਜਾਈ ਦਾ ਸਾਥ ਦੇ ਰਿਹਾ ਸੀ ਪਰ ਮੇਰੇ ਮਨ ਵਿੱਚ ਆਪਣੀ ਭਾਬੀ ਲਈ ਅਜੇ ਕੋਈ ਭਾਵਨਾ ਨਹੀਂ ਸੀ ਅਤੇ ਉਦੋਂ ਮੈਂ ਇੱਕ ਸੁੰਦਰ ਮੁੰਡਾ ਸੀ। ਮੈਨੂੰ ਬਹੁਤ ਉਮੀਦਾਂ ਸਨ ਕਿ ਮੇਰੀ ਜੀਵਨ ਸਾਥਣ ਦੇ ਸੰਬੰਧ ਵਿੱਚ ਉਹ ਮੇਰੇ ਤੋਂ ਘੱਟ 10 ਸਾਲ ਵੱਡੀ ਸੀ ਅਤੇ ਉਸ ਦਾ ਰੰਗ ਕਾਲਾ ਸੀ। ਮੈਂ ਉਸ ਨਾਲ ਵਿਆਹ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ ਅਤੇ ਆਪਣੀ ਭਾਬੀ ਦੀ ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਆਪਣੀ ਭਰਜਾਈ ਨੂੰ ਕਿਹਾ ਕਿ ਤੁਸੀਂ ਮੇਰੀ ਹਮਦਰਦੀ ਦਾ ਗਲਤ ਮਤਲਬ ਕੱਢਿਆ ਹੈ। ਮੈਂ ਤੁਹਾਡੇ ਨਾਲ ਬਿਲਕੁਲ ਵੀ ਵਿਆਹ ਨਹੀਂ ਕਰ ਸਕਦਾ। ਇਹ ਕਹਿਣ ਤੋਂ ਪਹਿਲਾਂ ਤੁਹਾਨੂੰ 100 ਵਾਰ ਸੋਚਣਾ ਚਾਹੀਦਾ ਸੀ। ਕਿੱਥੇ ਤੁਸੀਂ ਅਤੇ ਕਿੱਥੇ ਮੈਂ।
20 ਸਾਲ ਦਾ ਨੌਜਵਾਨ ਲੜਕਾ ਹਾਂ ਅਤੇ ਤੁਸੀਂ ਮੇਰੇ ਭਰਾ ਦੀ ਵਿਧਵਾ ਹੋ, ਉਹ ਵੀ ਕਾਲੇ ਰੰਗ ਦੀ, ਅਤੇ ਮੇਰੇ ਤੋਂ 10 ਸਾਲ ਵੱਡੀ ਹੋ। ਮੇਰੀ ਗੱਲ ਸੁਣ ਕੇ ਭਾਬੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਉਸ ਨੇ ਕਿਹਾ, ਕਾਰਤਿਕ, ਮੈਂ ਮਜਬੂਰੀ ਵਿੱਚ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਮੈਂ ਅਜਿਹਾ ਘਰ ਨਹੀਂ ਛੱਡਣਾ ਚਾਹੁੰਦੀ ਜਿੱਥੇ ਮੇਰੀ ਬੇਟੀ ਤੁਹਾਨੂੰ ਆਪਣਾ ਪਿਤਾ ਮੰਨਦੀ ਹੈ ਅਤੇ ਤੁਸੀਂ ਵੀ ਉਸ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਤੁਹਾਡੇ ਲੋਕਾਂ ਤੋਂ ਇਲਾਵਾ ਮੇਰਾ ਕੋਈ ਸਹਾਰਾ ਨਹੀਂ ਹੈ। ਪਰ ਭਾਬੀ ਦੇ ਹੰਝੂ ਮੈਨੂੰ ਨਹੀਂ ਪਿਘਲਾ ਸਕੇ ਅਤੇ ਮੈਂ ਗੁੱਸੇ ਨਾਲ ਉਸ ਨੂੰ ਆਪਣੇ ਕਮਰੇ ਤੋਂ ਚਲੇ ਜਾਣ ਲਈ ਕਿਹਾ। ਭਾਬੀ ਥੱਕੇ ਕਦਮਾਂ ਨਾਲ ਬਾਹਰ ਚਲੀ ਗਈ ਅਤੇ ਮੈਂ ਆਰਾਮ ਨਾਲ ਲੇਟਿਆ ਹੋਇਆ ਸੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਭਰਜਾਈ ਘਰ ਨਹੀਂ ਸੀ। ਉਹ ਰਾਤ ਨੂੰ ਹੀ ਸਿਮਰਨ ਨਾਲ ਕਿਤੇ ਚਲੀ ਗਈ ਸੀ। ਮੈਂ ਬਹੁਤ ਟੈਨਸ਼ਨ ਵਿੱਚ ਸੀ। ਪਤਾ ਨਹੀਂ ਕਿੱਥੇ ਉਹ ਸਿਮਰਨ ਨੂੰ ਲੈ ਕੇ ਕਿੱਥੇ ਚਲੀ ਗਈ ਸੀ। ਮੇਰੀ ਮਾਂ ਬਹੁਤ ਖੁਸ਼ ਸੀ ਕਿ ਉਹਨਾਂ ਦੀ ਜਾਨ ਛੁੱਟੀ, ਪਰ ਮੈਂ ਉਹਨਾਂ ਦੋਵਾਂ ਨੂੰ ਲੱਭਣ ਲਈ ਨਿਕਲਿਆ ਅਤੇ ਮੈਂ ਬਹੁਤ ਦੂਰ ਨਹੀਂ ਗਿਆ ਸੀ ਕਿ ਮੈਂ ਲੋਕਾਂ ਦੀ ਭੀੜ ਵੇਖੀ। ਮੈਨੂੰ ਪਤਾ ਲੱਗਾ ਕਿ ਉੱਥੇ ਐਕਸੀਡੈਂਟ ਹੋਇਆ ਹੈ ਅਤੇ ਜਿਸ ਦਾ ਐਕਸੀਡੈਂਟ ਹੋਇਆ ਹੈ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ, ਕਿਉਂਕਿ ਇਹ ਸਿਮਰ ਅਤੇ ਮੇਰੀ ਭਾਬੀ ਸਨ। ਉਹ ਰਾਤ ਦੇ ਹਨੇਰੇ 'ਚ ਘਰੋਂ ਨਿਕਲੀ ਸੀ ਕਿ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ ਅਤੇ ਦੋਵਾਂ ਮਾਂ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ। ਸਾਰੀ ਰਾਤ ਮਾਂ ਧੀ ਦੋਵੇਂ ਸੜਕ ਤੇ ਪਈਆਂ ਰਹੀਆਂ। ਮੇਰੇ ਅੰਦਰ ਕੋਈ ਚੀਜ਼ ਮੈਨੂੰ ਪਰੇਸ਼ਾਨ ਕਰ ਰਹੀ ਸੀ ਕਿ ਭਾਬੀ ਅਤੇ ਸਿਮਰ ਮੇਰੇ ਕਾਰਨ ਮਰ ਗਏ ਹਨ। ਜੇ ਮੈਂ ਆਪਣੀ ਭਰਜਾਈ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਉਹ ਦੋਵੇਂ ਜਿਉਂਦੇ ਹੁੰਦੇ, ਤੇ ਫਿਰ ਕਿਸੇ ਬੇਸਹਾਰਾ ਦਾ ਸਾਥ ਦੇਣਾ ਬਹੁਤਾ ਪੁੰਨ ਦਾ ਕੰਮ ਹੈ। ਮੈਂ ਆਪਣੀ ਭਰਜਾਈ ਨੂੰ ਗਾਲਾਂ ਕੱਢ ਕੇ ਬਹੁਤ ਵੱਡਾ ਪਾਪ ਕੀਤਾ ਸੀ। ਮੇਰੀ ਜ਼ਮੀਰ ਮੈਨੂੰ ਧੱਕਾ ਦੇ ਰਹੀ ਸੀ। ਭਾਬੀ ਤੇ ਸਿਮਰ ਨੂੰ ਗਿਆ 5 ਸਾਲ ਹੋ ਗਏ ਸਨ, ਪਰ ਮੈਂ ਅਜੇ ਵੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਿਆ ਹਾਂ। ਹਰ ਰੋਜ਼ ਸਿਮਰ ਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਝਲਕਦਾ ਰਹਿੰਦਾ ਹੈ ਤੇ ਇਉਂ ਲੱਗਦਾ ਹੈ ਜਿਵੇਂ ਉਹ ਆਪਣੀ ਜ਼ੁਬਾਨ ਨਾਲ ਮੇਰੀ ਸ਼ਿਕਾਇਤ ਕਰ ਰਹੀ ਹੋਵੇ। ਤੇ ਉਸ ਦਿਨ ਜਦੋਂ ਮੈਂ ਤੈਨੂੰ ਹਸਪਤਾਲ ਵਿੱਚ ਦੇਖਿਆ ਤਾਂ ਮੈਨੂੰ ਆਪਣੀ ਭਾਬੀ ਦੀ ਯਾਦ ਆ ਗਈ, ਕਿਉਂਕਿ ਮੇਰੀ ਭਾਬੀ ਵੀ ਤਾਂ ਤੁਹਾਡੇ ਵਰਗੀ ਹੀ ਸੀ। ਇਸ ਲਈ ਮੈਂ ਫੈਸਲਾ ਕੀਤਾ ਸੀ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾ ਕੇ ਤੁਹਾਡਾ ਸਾਥ ਜ਼ਰੂਰ ਦੇਵਾਂਗਾ। ਇਸ ਤਰ੍ਹਾਂ ਮੈਂ ਆਪਣੇ ਗੁਨਾਹ ਤੋਂ ਮਾਫੀ ਪਾ ਸਕਾਂਗਾ ਅਤੇ ਮੈਂ ਸਿਰਫ ਤੁਹਾਡੇ ਸਾਥ ਲਈ ਤੁਹਾਡੇ ਨਾਲ ਵਿਆਹ ਨਹੀਂ ਕੀਤਾ ਹੈ, ਮੈਂ ਤੁਹਾਡੇ ਨਾਲ ਪਿਆਰ ਵੀ ਕੀਤਾ ਹੈ। ਮੈਂ ਸਮਝ ਗਿਆ ਹਾਂ ਕਿ ਭਾਵੇਂ ਤੁਸੀਂ ਮੇਰੇ ਤੋਂ ਵੱਡੇ ਹੋ, ਤੁਸੀਂ ਆਪਣੇ ਤਜਰਬੇ ਨਾਲ ਸਾਡੇ ਘਰ ਨੂੰ ਸੰਭਾਲੋਗੇ ਅਤੇ ਸਾਡੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਉਦਾਸੀ ਨਹੀਂ ਆਉਣ ਦਿਓਗੇ। ਕਾਰਤਿਕ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਕਾਰਤਿਕ ਦੇ ਨਾਲ ਜਾਣ ਤੋਂ ਪਹਿਲਾਂ ਮੈਂ ਵੀ ਸੋਚ ਰਹੀ ਸੀ ਕਿ ਦੁਨੀਆ ਮੈਨੂੰ ਤਾਨੇ ਦੇਵੇਗੀ, ਪਤਾ ਨਹੀਂ ਕਿਵੇਂ, ਪਰ ਕਾਰਤਿਕ ਨੇ ਮੈਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਸੀ। ਮੇਰੀ ਸੋਚ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਮੈਂ ਵੀ ਹੁਣ ਤੱਕ ਸਾਰੀ ਉਮਰ ਦੁਨੀਆ ਦੀ ਧੁੱਪ ਵਿੱਚ ਹੀ ਗੁਜ਼ਾਰੀ ਸੀ। ਲੋਕਾਂ ਵਿੱਚ ਥੋੜੀ ਜਿਹੀ ਚੰਗਿਆਈ ਹੀ ਰਹਿ ਗਈ ਸੀ। ਮੈਨੂੰ ਨਹੀਂ ਪਤਾ ਸੀ ਮੇਰੇ ਕਿਸੇ ਚੰਗੇ ਕੰਮ ਦੇ ਬਦਲੇ ਰੱਬ ਨੇ ਕਾਰਤਿਕ ਵਰਗੇ ਵਿਅਕਤੀ ਨਾਲ ਮੇਰੀ ਕਿਸਮਤ ਲਿਖੀ ਸੀ। ਕਾਰਤਿਕ ਵੱਲੋਂ ਸੱਚੇ ਮਨ ਨਾਲ ਕੀਤੇ ਕੰਮ ਤੋਂ ਖੁਸ਼ ਹੋ ਕੇ ਪ੍ਰਮਾਤਮਾ ਨੇ ਮੈਨੂੰ ਵੀ ਔਲਾਦ ਦੀ ਖੁਸ਼ੀ ਬਖਸ਼ੀ। ਮੇਰੇ ਅਜੇ ਬਾਂਝ ਔਰਤ ਨੂੰ ਬੱਚਾ ਪੈਦਾ ਹੋਣਾ ਮੇਰੇ ਲਈ ਰੱਬ ਦਾ ਚਮਤਕਾਰ ਸੀ। ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਉਸ ਦਾ ਸ਼ੁਕਰਾਨਾ ਕੀਤਾ। ਮੈਂ ਆਪਣੇ ਪਿਆਰ ਅਤੇ ਸੇਵਾ ਨਾਲ ਆਪਣੀ ਸੱਸ ਅਤੇ ਸਹੁਰੇ ਦਾ ਦਿਲ ਵੀ ਜਿੱਤ ਲਿਆ ਸੀ। ਮੇਰੇ ਪਹਿਲੇ ਪਤੀ ਆਕਾਸ਼ ਨੇ ਜੋ ਵੀ ਮੇਰੇ ਨਾਲ ਕੀਤਾ ਸੀ, ਮੈਂ ਉਸ ਨੂੰ ਮਾਫ ਕਰ ਦਿੱਤਾ ਸੀ, ਕਿਉਂਕਿ ਮੈਂ ਸੁਣਿਆ ਸੀ ਕਿ ਉਹ ਬਹੁਤ ਬਿਮਾਰ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਸੀ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਿਤਾ ਰਿਹਾ ਸੀ। ਦੋਸਤੋ, ਤੁਸੀਂ ਕੀ ਸੋਚਦੇ ਹੋ ਕਿ ਮੈਂ ਕਾਰਤਿਕ ਨਾਲ ਵਿਆਹ ਕਰਕੇ ਸਹੀ ਕੀਤਾ ਜਾਂ ਗਲਤ? ਕਿਰਪਾ ਕਰਕੇ ਆਪਣੀ ਰਾਏ ਜ਼ਰੂਰ ਦਿਓ। ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ? ਜੇ ਤੁਹਾਨੂੰ ਇਹ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਅਤੇ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ।